ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਵਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਨੇਕ ਅਕੂਰਨ ਕਹੁ ਅਰਪੰਤੀ, ਬੰਦਤ ਪਦ ਅਰਬਿੰਦ ਪੁਜੰਤੀ। ਵੱਡੀ ਪੀਰ ਹੋਈ ਗੁਰ ਤੀਰ, ਰੁਤ ਗਰਮੀ ਕੀ ਸਵੇਦ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਵਾਲੀਏ ਕੁਲ ਆਲਮ, ਸਾਹਿਬੇ ਕਮਾਲ ਸ਼ਬਦ ਗੁਰੂ, ਛਤਰ ਚਾਵਰ ਤਖਤ ਦੇ ਮਾਲਕ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਹਰ ਵਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਵਿਆਪੈ ਜਾਂ ਕਉ ਓਟ ਤੁਹਾਰੀ। ਜਿਹੜੇ ਪਰਮੇਸ਼ਰ ਦੀ ਓਟ ਵਿੱਚ ਉਹਦੀ ਸ਼ਰਨ ਵਿੱਚ ਉਹਦੇ ਭਰੋਸੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆਵਾਗਾਉਣ ਦੇ ਚੱਕਰ ਤੋਂ ਮੁਕਤ ਹੋ ਜਾਂਦੇ। ਧੋਖਾ ਨਹੀਂ, ਦੁਬਾਰਾ ਜਨਮ ਨਹੀਂ, ਸਦੀਵ ਕਾਲ ਲਈ ਜੀਵਨ ਸੁਖਮਈ ਹੋ ਜਾਂਦਾ। ਕਲਗੀਧਰ ਪਿਤਾ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜਿਆਂ ਦੇ ਦਰਸ਼ਨ ਪਰਸਦੀਆਂ ਸੰਗਤਾਂ। ਅਚਾਨਕ ਗੁਰੂ ਸਾਹਿਬ ਜੀ ਨੇ ਜਿੰਨਾ ਖਜ਼ਾਨਾ ਤੋਸ਼ੇ ਖਾਨੇ ਵਿੱਚ ਪਿਆ ਹੈ, ਮਾਇਆ ਹੈ, ਸ਼ਾਸਤਰ ਹਨ, ਬਸਤਰ ਹਨ, ਸੋਨਾ ਚਾਂਦੀ ਦੇ ਗਹਿਣੇ, ਸਾਰਾ ਕੁਝ ਗੁਰੂ ਸਾਹਿਬ ਜੀ ਨੇ ਸਤਲੁਜ ਦਰਿਆ ਵਿਖੇ ਡੂੰਘਾ ਖੱਡਾ ਪੁੱਟਵਾ ਕਰਕੇ ਮਹਾਰਾਜਿਆਂ ਨੇ ਸਤਲੁਜ ਦੇ ਸਪੁਰਦ ਕੀਤਾ ਹੈ। ਸਾਰਾ ਦਿਨ ਇਹ ਕਾਰ ਸੇਵਾ ਜਿਹੜੀ ਸੀ ਉਹ ਚੱਲਦੀ ਰਹੀ। ਜਿਨ੍ਹਾਂ ਤੋਸ਼ੇ ਖਾਨੇ ਦੇ ਵਿੱਚ ਸਮਾਨ ਸੀ, ਗੁਰਸਿੱਖਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਲੱਗੀ ਹੋਈ, ਸਤਿਗੁਰਾਂ ਦੇ ਪਿਆਰੇ, ਸਾਰਾ ਸਮਾਨ ਜਿਹੜਾ ਸੀ ਉਹ ਸਤਲੁਜ ਵਿਖੇ ਢੋ ਦਿੱਤਾ ਹੈ। ਸ਼ਾਮ ਪਈ, ਮਹਾਰਾਜ ਜੀ ਕਹਿਣ ਲੱਗੇ ਚਲੋ ਭਾਈ ਹੁਣ ਤੁਸੀਂ ਆਰਾਮ ਕਰ ਲਓ, ਥੱਕ ਗਏ ਹੋਵੋਗੇ ਸਾਰਾ ਦਿਨ ਕੰਮ ਕਰਦੇ। ਸਤਿਗੁਰੂ ਜੀ ਆਪਣੇ ਨਿਜ ਮਹਿਲਾਂ ਦੇ ਵਿੱਚ ਗਏ ਹਨ ਔਰ ਸੰਗਤ ਆਪੋ ਆਪਣੇ ਡੇਰਿਆਂ ਵਿਖੇ ਸਾਰੇ ਵਿਸ਼ਰਾਮ ਕਰਦੇ। ਜਦੋਂ ਮਹਾਰਾਜਿਆਂ ਨੇ ਖਜ਼ਾਨਾ ਸਤਲੁਜ ਦੇ ਸਪੁਰਦ ਕੀਤਾ ਹੈ, ਪਹਾੜੀ ਰਾਜਿਆਂ ਦਾ ਦੂਤ ਸਾਰੀ ਖਬਰ ਜਿਹੜੀ ਹੈ ਉਹਨਾਂ ਨੂੰ ਦਿੰਦਾ ਹੈ। ਜਾ ਕੇ ਦੱਸਿਆ, ਚਿੱਠੀ ਲਿਖ ਕੇ ਭੇਜੀ, ਗੁਰੂ ਸਾਹਿਬ ਜੀ ਨੇ ਜਿੰਨਾ ਖਜ਼ਾਨਾ ਸੀ ਸਾਰਾ ਹੀ ਸਤਲੁਜ ਦਰਿਆ ਵਿਖੇ ਢੋ ਦਿੱਤਾ ਹੈ। ਡੂੰਘਾ ਖੱਡਾ ਫੁੱਟ ਕੇ ਕਹਿਣ ਲੱਗੇ ਇੱਥੇ ਦੱਬ ਦਿੱਤਾ ਹੈ। ਔਰ ਰਾਤ ਦੇ ਸਮੇਂ ਫੌਜਾਂ ਆ ਗਈਆਂ, ਪਹਾੜੀਆਂ ਦੀ ਭਾਲ ਕਰਨ ਲੱਗੇ, ਖਜ਼ਾਨਾ ਮਹਾਰਾਜਿਆਂ ਨੇ ਕਿੱਥੇ ਕੁ ਦੱਬਿਆ ਹੈ। ਨੇੜੇ ਤੇੜੇ ਸਤਲੁਜ ਦੇ ਜਿੱਥੇ ਇਹ ਦੂਤ ਨੇ ਦੇਖਿਆ ਸੀ, ਸਾਰੀ ਥਾਂ ਤੋਂ ਟੋਏ ਫੁੱਟ ਫੁੱਟ ਕੇ ਦੇਖਿਆ, ਖਜ਼ਾਨਾ ਕਿਤੋਂ ਨੂੰ ਵੀ ਮਿਲਿਆ। ਭਾਲਦਿਆਂ ਹੋਇਆਂ ਥੱਕ ਗਏ, ਦਿਨ ਚੜ੍ਹ ਗਿਆ, ਸ਼ਰਮਸ਼ਾਰ ਹੋ ਕੇ ਵਾਪਸ ਮੁੜੇ। ਦਿਨ ਵੇਲੇ ਸਿੰਘਾਂ ਨੇ ਆ ਕੇ ਦੇਖਿਆ, ਹਜ਼ਾਰਾਂ ਹੀ ਵਿਅਕਤੀਆਂ ਦੀਆਂ ਪੈੜਾਂ ਸਨ ਉੱਤੇ ਪਈਆਂ ਹੋਈਆਂ, ਥਾਂ ਥਾਂ ਤੇ ਟੋਏ ਪੁੱਟੇ ਹੋਏ। ਜਾ ਕੇ ਮਹਾਰਾਜਿਆਂ ਨੂੰ ਦੱਸਿਆ, ਸਤਿਗੁਰੂ ਜੀ ਕਹਿਣ ਲੱਗੇ ਪਹਾੜੀਆਂ ਦੀ ਮੱਤ ਮਾਰੀ ਗਈ, ਇਹਨਾਂ ਸੋਝੀ ਨਹੀਂ, ਅਸੀਂ ਕੋਈ ਖਜ਼ਾਨਾ ਦੱਬਿਆ ਨਹੀਂ ਹੈ, ਅਸੀਂ ਤਾਂ ਆਪਣੀ ਅਮਾਨਤ ਰੱਖੀ ਹੈ ਦਰਿਆ ਦੇ ਪਾਸ। ਔਰ ਜਦੋਂ ਸਾਡਾ ਖਾਲਸਾ ਪੰਥ ਆਏਗਾ, ਇਹ ਅਮਾਨਤ ਅਸੀਂ ਉਹਨਾਂ ਦੇ ਵਾਸਤੇ ਰੱਖੀ ਹੈ, ਉਹ ਆ ਕਰਕੇ ਆਪਣੀ ਅਮਾਨਤ ਜਿਹੜੀ ਆ ਉਹ ਪ੍ਰਾਪਤ ਕਰ ਲੈਣਗੇ। ਸੰਗਤ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ ਆਈ। ਗੁਰੂ ਸਾਹਿਬ ਜੀ ਨੂੰ ਜਾ ਕਰਕੇ ਮੇਵੜੇ ਸਿੰਘ ਨੇ ਦੱਸਿਆ, ਸਤਿਗੁਰੂ ਜੀ ਸੰਗਤ ਦੀ ਭਾਵਨਾ ਹੈ, ਆਪ ਜੀ ਕਿਰਪਾ ਕਰੋ, ਸੰਗਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਮਹਾਰਾਜਿਆਂ ਨੇ ਕਿਹਾ ਭਾਈ ਦੀਵਾਨ ਦੀ ਤਿਆਰੀ ਕਰੋ। ਫਰਸ਼ ਵਿਛਾਏ ਗਏ, ਸਤਿਗੁਰਾਂ ਦਾ ਸੁੰਦਰ ਦਰਬਾਰ ਸਜਿਆ ਹੈ ਔਰ ਸੁੰਦਰ ਦਰਬਾਰ ਦੇ ਵਿੱਚ ਮਹਾਰਾਜ ਜੀ ਸੁੰਦਰ ਤਖਤ ਤੇ ਆ ਕਰਕੇ ਸੁਭਾਈਮਾਨ ਹੁੰਦੇ।
ਜਿਵੇਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਪਰਸ ਰਹੀਆਂ ਹਨ, ਆਓ ਸਾਧ ਸੰਗਤ ਸਤਿਗੁਰੂ ਜੀ ਜਿਵੇਂ ਕੌਤਕ ਵਰਤਾ ਰਹੇ ਸਰਵਣ ਕਰੀਏ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ। ਅਨਕ ਅਕੋਰਨ ਕਹੁ ਅਰਪੰਤੀ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਜੋ ਲੈ ਕਰਕੇ ਆਈ ਹੈ ਮਹਾਰਾਜਿਆਂ ਦੇ ਸਨਮੁਖ ਭੇਟ ਕਰਦੇ ਹਨ। ਬੰਦਤ ਪਦ ਅਰਵਿੰਦ ਭਜੰਤੀ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਔਰ ਸਤਿਗੁਰਾਂ ਦੇ ਮੁਬਾਰਕ ਚਰਨ ਪੂਜਦੇ ਹਨ। ਵੱਡੀ ਪੀਰ ਹੋਈ ਗੁਰ ਤੀਰ। ਸਤਿਗੁਰਾਂ ਦੇ ਆਸੇ-ਪਾਸੇ ਸੰਗਤ ਦੀ ਵੱਡੀ ਭੀੜ ਹੈ। ਰੁੱਤ ਗਰਮੀ ਕੀ ਸਵੇਦ ਸਰੀਰ। ਗਰਮੀ ਦਾ ਮੌਸਮ ਹੈ, ਗਰਮੀ ਦੀ ਰੁੱਤ ਹੈ। ਸਰੀਰਾਂ ਦੇ ਵਿੱਚੋਂ ਪਸੀਨਾ ਜਿਹੜਾ ਹੈ ਉਹ ਵਗਦਾ ਹੈ। ਸਿੱਖਣ ਦਿਸਤੇ ਹੋਏ ਅਰਦਾਸ। ਗੁਰਸਿੱਖਾਂ ਵੱਲੋਂ ਅਰਦਾਸ ਹੁੰਦੀ ਹੈ। ਹਰ ਕੋਈ ਭਾਵਨਾ ਲੈ ਕਰਕੇ ਮਹਾਰਾਜਿਆਂ ਦੇ ਸਨਮੁਖ ਅਰਦਾਸ ਕਰਦਾ ਹੈ। ਕਲਗੀਧਰ ਪੁਰ ਵਹਿ ਪੁਰ ਆਸ। ਅੰਤਰਜਾਮੀ ਸਤਿਗੁਰੂ ਜੀ ਸਭਨਾਂ ਦੀ ਆਸ ਪੂਰੀ ਕਰਦੇ ਹਨ। ਜੋ ਜੋ ਭਾਵਨਾ ਕੋਈ ਲੈ ਕੇ ਆਉਂਦਾ ਹੈ ਸਤਿਗੁਰੂ ਜੀ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ। ਆਸਾਵੰਤੀ ਆਸ ਗੁਸਾਈ ਪੂਰੀ ਹੈ। ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀਐ। ਹੋਏ ਪਵਿੱਤਰ ਸਰੀਰ ਚਰਨਾ ਧੂਰੀਐ। ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ। ਸਤਿਗੁਰਾਂ ਦੇ ਹਜੂਰ ਸਾਰੀਆਂ ਭਾਵਨਾਵਾਂ ਸੰਗਤ ਦੀਆਂ ਪੂਰੀਆਂ ਹੁੰਦੀਆਂ। ਜੋ ਜੋ ਕਾਮਨਾ ਲੈ ਕੇ ਆਉਂਦੀ ਸੰਗਤ। ਚੌਦਿਸ ਮਨੁਜ ਹਜ਼ਾਰਹੁ ਖਰੇ। ਚਾਰ ਸਵੇਰੇ ਮਨੁੱਖ ਖੜੇ ਨੇ ਹੱਥ ਜੋੜ ਕਰਕੇ ਮਹਾਰਾਜਿਆਂ ਦੇ ਦੀਦਾਰ ਕਰਦੇ ਹਨ। ਜਰੀ ਦੋਜ ਬਰ ਵਿੱਚ ਨਾ ਫਿਰੇ। ਮਹਾਰਾਜਿਆਂ ਦੇ ਸੁੰਦਰ ਸੀਸ ਤੇ ਸੁੰਦਰ ਚਵਰ ਢੁੱਲ ਰਿਹਾ ਹੈ, ਸੁੰਦਰ ਪੱਖਾ ਫਿਰ ਰਿਹਾ ਹੈ। ਚਾਮਰ ਚਾਰ ਚੱਲਾ ਚੱਲ ਢੋਰ ਹੈ। ਚਵਰ ਮੁਰਦਾਰ ਚਵਰ ਝੁਲਾ ਰਿਹਾ ਹੈ। ਇੱਕ ਪਾਸੇ ਸਿੰਘ ਪੱਖੇ ਦੀ ਸੇਵਾ ਕਰ ਰਿਹਾ ਕਿਉਂਕਿ ਗਰਮੀ ਦੀ ਰੁੱਤ ਹੈ। ਵੱਡਾ ਪੱਖਾ ਲੈ ਕਰਕੇ ਮਹਾਰਾਜਿਆਂ ਨੂੰ ਪੱਖਾ ਝੱਲ ਰਿਹਾ ਹੈ। ਪ੍ਰੇਮੀ ਜਨ ਕੇ ਮਨ ਗੁਰ ਚੋਰ ਹੈ। ਔਰ ਸਤਿਗੁਰੂ ਜੀ ਆਪਣੇ ਪ੍ਰੇਮੀਆਂ ਦੇ ਆਪਣੇ ਪਿਆਰਿਆਂ ਦੇ ਮਨ ਚੁਰਾ ਲੈਂਦੇ। ਮੋਹਨ ਮੋਹਿ ਲਿਆ ਮਨ ਮੋਰਾ ਸਮਝਸ ਸ਼ਬਦ ਵਿਚਾਰੇ। ਸ਼ਬਦ ਦੀ ਵਿਚਾਰ ਦੇ ਨਾਲ ਸਤਿਗੁਰਾਂ ਨੇ ਗੁਰਸਿੱਖਾਂ ਦਾ ਆਪਣੇ ਪਿਆਰਿਆਂ ਦਾ ਮਨ ਜਿਹੜਾ ਹੈ ਉਹ ਮੋਹਿਆ ਹੋਇਆ ਹੈ। ਕਰਤ ਖੁਸ਼ੀ ਸਿੱਖਨ ਭਰਪੂਰੀ। ਆਪਣੇ ਗੁਰਸਿੱਖਾਂ ਤੇ ਸਤਿਗੁਰੂ ਜੀ ਵੱਡੀ ਖੁਸ਼ੀ ਕਰਦੇ ਹਨ। ਬੇਅੰਤ ਅਪਾਰ ਬਖਸ਼ਿਸ਼ਾਂ ਕਿਉਂਕਿ ਭਗਤਾਂ ਦਾ ਪ੍ਰੇਮ ਸਭਨਾਂ ਤੋਂ ਵੱਡਾ ਭਗਤਾਂ ਦਾ ਪ੍ਰੇਮ ਹੈ ਔਰ ਆਪਣੇ ਪਿਆਰਿਆਂ ਦੇ ਆਪਣੇ ਭਗਤਾਂ ਦੇ ਅਧੀਨ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪ੍ਰੇਮੀ ਜਨ ਪ੍ਰੇਮ ਦੀ ਡੋਰ ਪਾ ਕਰਕੇ ਆਪਣੇ ਪ੍ਰੀਤਮ ਨੂੰ ਵਸ ਕਰ ਲੈਂਦੇ ਹਨ। ਜਿਸ ਤੇ ਸਕਲ ਕਾਮਨਾ ਪੂਰੀ। ਔਰ ਸਤਿਗੁਰਾਂ ਦੇ ਹਜੂਰ ਸਭਨਾਂ ਦੀ ਭਾਵਨਾ ਪੂਰੀ ਹੁੰਦੀ ਹੈ। ਤਿਸ ਚਿਨ ਇੱਕ ਫਕੀਰ ਮੰਦਾਰੀ। ਉਸ ਸਮੇਂ ਜਿੱਥੇ ਸੰਗਤ ਦਰਸ਼ਨ ਕਰ ਰਹੀ ਹੈ ਇੱਕ ਫਕੀਰ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਆਇਓ ਬਲ ਤੇ ਪੀਰ ਮਝਾਰੀ। ਔਰ ਜਿੱਥੇ ਕਤਾਰਾਂ ਲੱਗੀਆਂ ਹੋਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਰਸ਼ਨ ਕਰ ਰਹੀ ਹੈ ਇਹ ਵੀ ਤੁਰਿਆ ਆ ਰਿਹਾ ਹੈ ਭੀੜ ਦੇ ਵਿੱਚੋਂ ਦੀ ਲੰਘਦਾ ਹੋਇਆ। ਬਿਸਦ ਬ੍ਰਿੰਦਲੇ ਫੂਲਨ ਮੰਜੁਲ। ਬਹੁਤ ਸੁੰਦਰ ਫੁੱਲ ਖਿੜੇ ਹੋਏ ਉਹਨੇ ਆਪਣੇ ਦੋਨਾਂ ਹੱਥਾਂ ਦੇ ਵਿੱਚ ਬੁੱਕ ਭਰਿਆ ਹੋਇਆ ਹੈ।
ਭਰ ਕਰ ਦੋਨੋਂ ਕਰ ਕੋ ਅੰਜਲ। ਅੰਜਲੀ ਬਣਾ ਕੇ ਬੁੱਕ ਬੁਣਾ ਕਰਕੇ ਫੁੱਲਾਂ ਦਾ ਭਰ ਕੇ ਲਈ ਆਉਂਦਾ ਹੈ। ਪਹੁੰਚਿਓ ਸ੍ਰੀ ਸਤਿਗੁਰੂ ਹਜੂਰ। ਪਹੁੰਚਿਆ ਹੈ ਇਹ ਫਕੀਰ ਸਤਿਗੁਰਾਂ ਦੇ ਹਜੂਰ। ਚਲਹਿ ਸਵੇਦ ਜੇ ਕਾਇਆ ਭੂਰ। ਪਸੀਨਾ ਵਗ ਰਿਹਾ ਕਿਉਂਕਿ ਗਰਮੀ ਦਾ ਮੌਸਮ ਹੈ। ਸਾਰਾ ਪਿੰਡਾ ਪਸੀਨੇ ਨਾਲ ਭਿੱਜਿਆ ਹੋਇਆ ਹੈ। ਨਗਨ ਅੰਗ ਤੇ ਦੌੜਤ ਆਇਓ। ਔਰ ਪਿੰਡਾ ਜਿਹੜਾ ਹੈ ਨੰਗਾ ਹੈ, ਦੌੜਿਆ ਚਲਿਆ ਆ ਰਿਹਾ ਹੈ। ਵੱਡੀ ਭੀੜ ਚੀਰਤ ਨਿਕਸਾਇਓ। ਭੀੜ ਦੇ ਵਿੱਚੋਂ ਦੀ ਲੰਘਦਾ ਹੋਇਆ ਆ ਰਿਹਾ ਹੈ। ਫੂਲ ਗੁਲਾਬ ਚਮੇਲੀ ਕੇਰੇ। ਫੁੱਲਾਂ ਦਾ ਬੁੱਕ ਜਿਹੜਾ ਭਰਿਆ ਹੋਇਆ ਚਮੇਲੀ ਦੇ ਗੁਲਾਬ ਦੇ ਫੁੱਲ ਹਨ। ਧਰੀ ਭੇਟ ਸਤਿਗੁਰੂ ਅਗੇਰੇ। ਔਰ ਫੁੱਲ ਲਿਆ ਕਰਕੇ ਸਤਿਗੁਰਾਂ ਦੇ ਅੱਗੇ ਭੇਟ ਕੀਤੇ ਹਨ। ਬੰਧਨ ਕਰ ਜਬ ਠੰਡੋ ਹੋਇਓ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਦੋਨੋਂ ਹੱਥ ਜੋੜ ਕੇ ਖੜਾ ਹੋਇਆ ਹੈ। ਸਵੇਦ ਸਨੇ ਕਲਗੀਧਰ ਜੋਇਓ। ਦੇਖਿਆ ਮਹਾਰਾਜਿਆਂ ਨੇ ਇਸ ਫਕੀਰ ਦੇ ਵੱਲ। ਸ੍ਰੀ ਮੁਖ ਤੇ ਬੋਲੇ ਅਵਲੋਕ। ਦੇਖ ਕਰਕੇ ਸਤਿਗੁਰੂ ਜੀ ਪਾਵਨ ਮੁਖ ਤੋਂ ਬੋਲੇ ਹਨ। ਸਾਈਂ ਵਾਲੇ ਸਾਹਿਬ ਲੋਕ। ਹੇ ਸਾਈਂ ਵਾਲਿਓ, ਤੁਸੀਂ ਸਾਹਿਬ ਦੇ ਲੋਕ ਹੋ, ਪਰਮੇਸ਼ਰ ਦੇ ਪਿਆਰੇ ਹੋ। ਇਤੋ ਕਸ਼ਟ ਕੋ ਕਿਉ ਤਨ ਕੋ ਦੀਨੋ। ਤੁਸੀਂ ਆਪਣੇ ਤਨ ਨੂੰ ਇੰਨਾ ਕਸ਼ਟ ਕਿਉਂ ਦਿੱਤਾ ਹੈ। ਲਿਆਵਨ ਫੂਲ ਜਤਨ ਬਹੁ ਕੀਨੋ। ਔਰ ਤੁਸੀਂ ਫੁੱਲ ਲੈ ਕਰਕੇ ਆਏ ਹੋ, ਇਹ ਵੱਡਾ ਯਤਨ ਕੀਤਾ ਹੈ। ਦਰਸ਼ਨ ਤੁਮ ਸਭ ਸੰਤਨ ਕੇਰਾ। ਮਹਾਰਾਜ ਜੀ ਕਹਿੰਦੇ ਤੁਹਾਡੇ ਵਰਗੇ ਪਿਆਰਿਆਂ ਦਾ ਦਰਸ਼ਨ ਭੇਟ ਆਹੈ ਸੋ ਹਮਨੇ ਹੀਰਾ। ਉਹੀ ਸਾਡੀ ਭੇਟ ਹੈ, ਤੁਹਾਡਾ ਦਰਸ਼ਨ ਹੀ ਸਾਡੀ ਭੇਟਾ ਹੈ। ਕਿਉਂਕਿ ਰੱਬ ਦੇ ਪਿਆਰਿਆਂ ਦਾ ਦਰਸ਼ਨ ਕਹਿਣ ਲੱਗੇ ਉਹੀ ਭੇਟਾ ਹੈ। ਫਿਰ ਇੰਨਾ ਕਸ਼ਟ ਕਿਉਂ ਕੀਤਾ, ਤੁਸੀਂ ਫੁੱਲ ਤੋੜ ਕੇ ਲੈ ਕੇ ਆਏ ਹੋ। ਇਕ ਜਾਣਿਓ ਤਬ ਭੇਦ ਨ ਕੋਈ। ਪਰਮੇਸ਼ਰ ਦੇ ਔਰ ਪਿਆਰਿਆਂ ਦੇ ਵਿੱਚ ਇੱਕ ਮਿਕਤਾ ਹੈ, ਕੋਈ ਭੇਦ ਨਹੀਂ ਹੈ। ਮਹਾਰਾਜਿਆਂ ਦੇ ਬਚਨ ਹਨ ਕਲਗੀਧਰ ਪਿਤਾ ਸਤਿਗੁਰਾਂ ਦੇ। ਹਰ ਹਰ ਜਨ ਦੋਇ ਏਕ ਹੈ, ਬਿਵ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਹਰੀ ਔਰ ਹਰੀ ਦੇ ਜਨ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਕਿੰਨਾ ਕੁ ਫਰਕ ਹੈ, ਜਿਵੇਂ ਪਾਣੀ ਦੇ ਵਿੱਚੋਂ ਤਰੰਗਾਂ ਉਪਜਦੀਆਂ ਹਨ, ਫਿਰ ਪਾਣੀ ਵਿੱਚ ਸਮਾ ਜਾਂਦੀਆਂ ਹਨ। ਕਹਿਣ ਲੱਗੇ ਇਸੇ ਤਰ੍ਹਾਂ ਹਰੀ ਔਰ ਹਰੀ ਦਾ ਪਿਆਰਾ ਹੈ। ਤੁਹਾਡੇ ਦਰਸ਼ਨ ਹੀ ਸਾਡੀ ਭੇਟਾ ਹੈ। ਦੁਖਦਾ ਜਿਸ ਉਰ ਮਨ ਦੋਈ। ਤੁਹਾਡੇ ਮਨ ਦੇ ਵਿੱਚ ਕੋਈ ਦੁਬਦਾ ਨਹੀਂ ਹੈ। ਹਿਰਦੇ ਅਨੰਦ ਫਕੀਰ ਮੰਦਾਰੀ। ਤੁਹਾਡੇ ਹਿਰਦੇ ਅੰਦਰ ਆਨੰਦ ਹੈ। ਦੁਖਦਾ ਜਿਸ ਉਰ ਮਨ ਹਿਤ ਉੱਤਰ ਕੇ ਚਤੁਰ ਉਚਾਰੀ। ਔਰ ਇਹਦਾ ਉੱਤਰ ਦਿੰਦਿਆਂ ਹੋਇਆ ਫਿਰ ਫਕੀਰ ਜੀ ਮਹਾਰਾਜਿਆਂ ਦੇ ਨਾਲ ਬਚਨ ਉਚਾਰਨ ਕਰਦੇ ਹਨ। ਦਸਤ ਜੋ ਖਾਲੀ ਰੂਹ ਸੁਸਿਆਹ। ਜੇ ਖਾਲੀ ਹੱਥ ਆਵੇ, ਕਹਿਣ ਲੱਗੇ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਖਾਲੀ ਹੱਥ ਆਵੇ, ਕਹਿਣ ਲੱਗੇ ਜਿਹੜਾ ਖਾਲੀ ਹੱਥ ਹੈ ਉਹ ਰੂਹ ਸੂ ਸੁਆਹ, ਉਹਦਾ ਹਿਰਦਾ ਕਹਿਣ ਲੱਗੇ ਉਹ ਕਾਲਾ ਹੁੰਦਾ ਹੈ। ਦਸਤ ਸੁਆਮਦ ਵੇ ਪਰਵਾਹ। ਜਿਹੜੇ ਹੱਥ ਵਿੱਚ ਕੁਝ ਹੈ, ਹੱਥ ਭਰੇ ਹੋਏ ਹਨ, ਉਹ ਬੇਪਰਵਾਹ ਹੈ। ਆਵਾਜ਼ ਖਾਲੀ ਜਹਾਨ ਬਪੀਰ। ਜਿਹਦੀ ਆਵਾਜ਼ ਖਾਲੀ ਹੈ, ਕਹਿਣ ਲੱਗੇ ਉਹ ਬੇਪੀਰਾ ਹੈ। ਜਿਹਦੇ ਬਚਨ ਖਾਲੀ ਹਨ, ਜਿਹਦੇ ਬੋਲ ਖਾਲੀ ਹਨ, ਕਹਿਣ ਲੱਗੇ ਉਹ ਬੇਪੀਰਾ ਹੈ। ਔਰ ਜਿਸ ਆਵਾਜ਼ ਦੇ ਵਿੱਚ ਉਹ ਕਹਿਣ ਲੱਗੇ ਬਖਸ਼ਿਸ਼ ਆ ਜਾਏ, ਪਤਾ ਲੱਗ ਜਾਂਦਾ ਵੀ ਇਹ ਪੀਰਾਂ ਵਾਲਾ ਹੈ, ਇਹ ਪਰਮੇਸ਼ਰ ਦੀ ਬਖਸ਼ਿਸ਼ ਦਾ ਪਿਆਰਾ ਹੈ। ਜਿਹਦੀ ਆਵਾਜ਼ ਵਿੱਚ ਕਹਿਣ ਲੱਗੇ ਕਦਰ ਨਹੀਂ ਹੈ,
ਜਿਹਦੇ ਬੋਲਾਂ ਵਿੱਚ ਕਦਰ ਨਹੀਂ ਹੈ, ਜਿਹਦੇ ਬਚਨਾਂ ਵਿੱਚ ਕਦਰ ਨਹੀਂ, ਉਹ ਬੇਪੀਰ ਹੈ। ਬਦਨ ਸੁਨ ਕਾਫਰ ਬੇਵਜੀਰ। ਉਹਦਾ ਬਦਨ ਜਿਹੜਾ ਹੈ, ਉਹਦਾ ਮੁਖ ਸੁੰਨ ਹੈ, ਖਾਲੀ ਹੈ, ਉਹ ਕਾਫਰ ਹੈ ਔਰ ਬੇਵਜ਼ੀਰਾ ਹੈ, ਪਰਮੇਸ਼ਰ ਤੋਂ ਸਖਣਾ ਹੈ। ਗੁਰ ਕਹਿ ਰੂਹ ਖਾਲਸੀ ਦੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਜਵਾਬ ਦਿੰਦੇ ਫਕੀਰ ਨੂੰ, ਕਹਿਣ ਲੱਗੇ ਫਕੀਰ ਸਾਈਂ ਜੀ, ਜਿਹਦੀ ਰੂਹ ਹੈ ਉਹਦੇ ਦੀਦਾਰ ਹੀ ਕਹਿਣ ਲੱਗੇ ਖਲਾਸੀ ਹਨ। ਜਿਹਦੀ ਰੂਹ ਦੇ ਵਿੱਚ ਪਰਮੇਸ਼ਰ ਦਾ ਨੂਰ ਹੈ, ਉਹਦੇ ਦੀਦਾਰਾਂ ਵਿੱਚ ਬਰਕਤ ਹੈ। ਪਾਜੀ ਬਗੈਰ ਸਾਈਂ ਮੁਰੀਦ ਹੈ। ਔਰ ਉਹ ਸਾਈਂ ਜਿਹੜੇ ਹਨ ਪਰਮੇਸ਼ਰ ਦੇ ਮੁਰੀਦ ਹਨ, ਪਰਮੇਸ਼ਰ ਦੇ ਪਿਆਰੇ ਹਨ। ਖੁਦਾ ਬੰਦਾ ਬਗੈਰ ਹਵਾਏ। ਔਰ ਖੁਦਾ ਦਾ ਬੰਦਾ ਜਿਹੜਾ ਹੈ, ਖੁਦਾ ਦੀ ਬਖਸ਼ਿਸ਼ ਤੋਂ ਬਿਨਾ। ਖੁਦਾਏ ਚਸ਼ਮ ਸੋ ਬੇਪਰਵਾਹੇ। ਜਿਨ੍ਹਾਂ ਨੂੰ ਖੁਦਾਏ ਦੇ ਚਸ਼ਮ ਦੀਦਾਰ ਹੋ ਗਏ, ਉਹ ਬੇਪਰਵਾਹ ਹੈ। ਜਿਸ ਹਿਰਦੇ ਅੰਦਰ ਖੁਦਾ ਵਸਦਾ ਹੈ, ਖੁਦਾ ਦੇ ਦੀਦਾਰ ਹਨ, ਉਹ ਬੇਪਰਵਾਹ ਹੈ। ਬਦਨ ਫੁਰਮਾਨ ਖੁਲਾਸੀ ਜਹਾਨ। ਉਹਦੇ ਬਚਨਾਂ ਵਿੱਚ ਫੁਰਮਾਨ ਬਖਸ਼ਿਸ਼ ਹੈ ਔਰ ਉਹ ਸਦਾ ਹੀ ਜਹਾਨ ਵਿੱਚ ਖਲਾਸੀ ਹੋ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ, ਬੇਪਰਵਾਹ ਹੋ ਕਰਕੇ ਰਹਿੰਦਾ ਹੈ। ਬੰਦਗੀਦਾਰ ਦਰਗਹਿ ਪਰਵਾਨ। ਜਿਹੜਾ ਬੰਦਗੀਦਾਰ ਹੈ, ਪਰਮੇਸ਼ਰ ਦਾ ਪਿਆਰਾ, ਬੰਦਗੀ ਕਰਦਾ ਹੈ, ਉਹ ਬੇਪਰਵਾਹ ਰਹਿੰਦਾ ਹੈ। ਜਿਸ ਹਿਰਦੇ ਅੰਦਰ ਬੰਦਗੀ ਹੈ, ਜਿਸ ਹਿਰਦੇ ਅੰਦਰ ਖੁਦਾ ਦਾ ਭਰੋਸਾ ਹੈ, ਖੁਦਾ ਤੇ ਭਰੋਸਾ ਰੱਖਣ ਵਾਲਾ ਬੇਪਰਵਾਹ ਹੋ ਕਰਕੇ ਵਿਚਰਦਾ ਹੈ, ਬੇਖੌਫ। ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਪਿਆਰ ਹੈ, ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਉੱਥੇ ਚਿੰਤਾ ਨਹੀਂ ਹੈ, ਉੱਥੇ ਫਿਕਰ ਨਹੀਂ ਹੈ। ਚਿੰਤਾ ਉੱਥੇ ਹੈ ਜਿਹੜਾ ਦੁਚਿੱਤੀ ਵਿੱਚ ਫਸਿਆ ਹੋਇਆ। ਜਿਸੇ ਪਰਮੇਸ਼ਰ ਦਾ ਵਾਸਾ ਕਹਿਣ ਲੱਗੇ, ਉਹ ਤਾਂ ਬੇਪਰਵਾਹ ਹੋ ਕਰਕੇ ਰਹਿੰਦਾ ਹੈ ਔਰ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੈ। ਸੁਣ ਕਰ ਹੋਇਆ ਖੁਸ਼ੀ ਵਿਸ਼ੇਸ਼। ਸੁਣ ਕੇ ਫਕੀਰ ਬੜਾ ਖੁਸ਼ ਹੋਇਆ ਹੈ। ਬੋਲਿਓ ਪ੍ਰਭ ਸਿਓ ਪੁਨ ਦਰਵੇਸ਼। ਗੁਰੂ ਸਾਹਿਬ ਜੀ ਨੂੰ ਫਿਰ ਕਹਿਣ ਲੱਗਿਆ, ਸਾਰਤ ਮੱਕੇ ਕੀ ਮੈਂ ਮਾਨੀ। ਸਤਿਗੁਰੂ ਜੀ, ਤੁਹਾਡਾ ਜਿਹੜਾ ਦਰਸ਼ਨ ਹੈ, ਇਹ ਤਾਂ ਮੈਂ ਮੱਕੇ ਦੀ ਹੱਜ ਜਿਵੇਂ ਕਰ ਲਈ, ਇਸ ਤਰ੍ਹਾਂ ਮਹਾਰਾਜ ਤੁਹਾਡੇ ਦੀਦਾਰ ਹੋਏ ਹਨ। ਰੋਜ਼ ਬੇਅਬ ਪਾਪ ਸ਼ੁਭ ਜਾਨੀ। ਸਤਿਗੁਰੂ ਜੀ, ਜਿਹੜੇ ਸਦਾ ਹੀ ਬੇਐਬ, ਜਿਨ੍ਹਾਂ ਦੇ ਵਿੱਚ ਕੋਈ ਐਬ ਨਹੀਂ ਹੈ, ਤੁਹਾਡੇ ਦਰਸ਼ਨ, ਜੀਵਨ ਮੁਕਤ ਅਵਸਥਾ ਜਿਹੜੀ ਹੈ ਤੁਹਾਡੇ ਦਰਸ਼ਨਾਂ ਵਿੱਚੋਂ ਪ੍ਰਾਪਤ ਹੋ ਜਾਂਦੀ। ਹਿਰਦਾ ਜਿਹੜਾ ਹੈ ਬੇਐਬ ਹੋ ਜਾਂਦਾ ਹੈ ਤੁਹਾਡੇ ਦੀਦਾਰ ਕਰਦਿਆਂ। ਦੀਦਮ ਚਸ਼ਮ ਖੁਦਾਏ ਅਲਾਹੇ। ਤੁਹਾਡੇ ਜਿਹੜੇ ਦਰਸ਼ਨ ਹਨ, ਖੁਦਾ ਅੱਲਾਹ ਦੇ ਦਰਸ਼ਨ ਹਨ। ਖੂਬ ਦੀਦਾਰ ਸੁਬੇ ਪਰਵਾਹ। ਤੁਹਾਡਾ ਦੀਦਾਰ ਜਿਨ੍ਹਾਂ ਨੇ ਕੀਤਾ, ਉਹ ਬੇਪਰਵਾਹ ਹੋ ਗਿਆ। ਤੁਹਾਡੇ ਦਰਸ਼ਨ ਕਰਕੇ ਮਹਾਰਾਜ ਪਰਵਾਹ ਨਹੀਂ ਰਹਿੰਦੀ, ਚਿੰਤਾ ਨਹੀਂ ਰਹਿੰਦੀ, ਫਿਕਰ ਨਹੀਂ ਰਹਿੰਦਾ। ਜਿਨ੍ਹਾਂ ਨੇ ਦਰਸ਼ਨ ਕੀਤਾ ਹੈ, ਉਹ ਬੇਪਰਵਾਹ ਹੈ। ਤੁਹਾਡੇ ਦੀਦਾਰਾਂ ਦੇ ਵਿੱਚ ਬੇਪਰਵਾਹੀ ਵਸੀ ਹੋਈ ਹੈ। ਏਕ ਬਾਤ ਹੈ ਕਿ ਗੁਣ ਖਾਨ। ਇਹ ਸਤਿਗੁਰੂ ਜੀ, ਇੱਕ ਬਾਤ ਹੈ, ਆਪ ਜੀ ਗੁਣਾਂ ਦੀ ਖਾਨ ਹੋ। ਸੱਚ ਗੁਰ ਪੀਰ ਜਹਾਨ। ਔਰ ਤੁਸੀਂ ਹੀ ਸੱਚੇ ਗੁਰੂ ਹੋ, ਪੀਰ ਹੋ ਇਸ ਜਹਾਨ ਤੇ। ਬੰਦਾ ਬਦਨ ਕਦਮ ਦਰ ਚੂਨਹਿ। ਸਤਿਗੁਰੂ ਜੀ, ਜਿਹੜਾ ਆਪ ਜੀ ਦੇ ਦਰਸ਼ਨ ਕਰਦਾ ਹੈ, ਤੂੰ ਖੁਦਾਏ ਪਰਤਹਿ ਬਹੁ ਗੁਣ ਹੈ। ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਕੇ ਭਰੋਸਾ ਕੀਤਾ ਹੈ, ਸਤਿਗੁਰੂ ਜੀ, ਆਪ ਜੀ ਤਾਂ ਸਦਾ ਹੀ ਹਰ ਥਾਂ ਤੇ ਵਰਤਦੇ ਹੋ। ਏਕ ਦਿਵਸ ਮੈਂ ਦਰ ਦਰਿਆਓ। ਇੱਕ ਦਿਨ ਮੈਂ ਦਰਿਆ ਵਿਖੇ ਸੈਰ ਕਰਦਿਆਂ ਹੋਇਆ, ਇਹ ਖੈਰ ਹਿਤ ਦੀਨ ਸਪਾਉ।
ਔਰ ਇਸ਼ਨਾਨ ਕਰਨ ਹਿਤ ਮੈਂ ਸਤਲੁਜ ਦਰਿਆ ਵਿਖੇ ਚੁੱਭਾ ਮਾਰਿਆ ਆਪਣੇ ਪੈਰ ਧਰੇ ਹਨ। ਕੁਸਲ ਕਨੁਨਦ ਮੈਂ ਡੁਬਕ ਲਗਾਈ। ਜਦੋਂ ਸਤਿਗੁਰੂ ਜੀ ਮੈਂ ਦਰਿਆ ਦੇ ਵਿੱਚ ਇਸ਼ਨਾਨ ਕਰਦਿਆਂ ਡੁਬਕੀ ਲਗਾਈ ਹੈ, ਏਕ ਪੁਰਖ ਤਬ ਦੀਨ ਦਿਖਾਈ। ਉਸ ਸਮੇਂ ਫਿਰ ਇੱਕ ਪੁਰਖ ਮੈਨੂੰ ਦਿਖਾਈ ਦਿੱਤਾ ਹੈ। ਲੇਕਰ ਦੂਰ ਗਇਓ ਮੁਝ ਸੋਈ। ਉਹ ਮੈਨੂੰ ਦੂਰ ਲੈ ਕਰਕੇ ਗਿਆ ਦਰਿਆ ਦੇ ਵਿੱਚ। ਮਮ ਮਨ ਭਰਮ ਖਾਬ ਸਮ ਹੋਈ। ਮੇਰੇ ਮਨ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਮੈਂ ਕੋਈ ਸੁਪਨਾ ਦੇਖਦਾ ਹੋਵਾਂ। ਸੁਪਨੇ ਦੀ ਨਿਆਈ ਮੈਨੂੰ ਇਹ ਸਾਰਾ ਕੁਝ ਜਾਪਿਆ ਹੈ। ਤਾਹਾਂ ਪਹੁੰਚ ਇੱਕ ਦੇਖੀਦਾਰਾ। ਔਰ ਉੱਥੇ ਜਾ ਕਰਕੇ ਮੈਂ ਇੱਕ ਇਸਤਰੀ ਦੇਖੀ ਹੈ, ਜਿਸ ਕੇ ਤਨ ਮਹਿ ਜੀਵ ਹਜ਼ਾਰਾ। ਜਿਸ ਦੇ ਤਨ ਨਾਲ ਹਜ਼ਾਰਾਂ ਹੀ ਜੀਵ ਜਿਹੜੇ ਹਨ ਉਹ ਚਿਮੜੇ ਹੋਏ ਹਨ। ਮੰਦਰ ਅੰਦਰ ਸੋਲੇ ਗਈ। ਔਰ ਉਹ ਇਸਤਰੀ ਮੈਨੂੰ ਅੱਗੇ ਮੰਦਰ ਵਿੱਚ ਲੈ ਕਰਕੇ ਗਈ ਹੈ। ਮਮ ਸਨਮਾਨ ਕਰਤ ਬਹੁ ਭਈ। ਉੱਥੇ ਮੇਰਾ ਬਹੁਤ ਸਨਮਾਨ ਕੀਤਾ ਗਿਆ ਹੈ। ਪੂਜਾ ਕਰ ਅਕੋਰ ਮੁਝ ਦੀਨ। ਔਰ ਮੇਰੀ ਪੂਜਾ ਕਰਕੇ ਮੈਨੂੰ ਭੇਟਾਵਾਂ ਦਿੱਤੀਆਂ ਹਨ। ਪੁਨ ਇੱਕ ਪੁਰਖ ਬਿਲੋਕਨ ਕੀਨ। ਫਿਰ ਮੈਂ ਇੱਕ ਪੁਰਖ ਦੇਖਿਆ ਹੈ ਉਸ ਥਾਂ ਤੇ। ਬਹੁ ਬਾਹੂ ਬਹੁ ਬਦਨ ਸੁਹੇਲੇ। ਬੜਾ ਬਾਹੂਬਲੀ ਪੁਰਖ ਹੈ ਔਰ ਉਹਦਾ ਸੁੰਦਰ ਬਦਨ ਹੈ। ਨਾਗ ਲਪੇਟੇ ਮਨਹੁ ਸਪੇਲੇ। ਜਿਵੇਂ ਕੋਈ ਸਪੇਰੇ ਦੀ ਤਰ੍ਹਾਂ ਉਹਨੇ ਆਪਣੇ ਤਨ ਤੇ ਨਾਗ ਲਪੇਟੇ ਹੋਏ ਹਨ। ਮੋਹਿ ਸੰਗ ਬੋਲਿਓ ਸੁਖ ਸਾਈ। ਸਤਿਗੁਰੂ ਜੀ ਫਿਰ ਉਹਨੇ ਮੇਰੇ ਨਾਲ ਬਚਨ ਕੀਤਾ ਹੈ। ਮੁਝ ਤੇ ਕਛੂ ਨ ਜਾਣਿਓ ਜਾਈ। ਔਰ ਮੈਨੂੰ ਕੁਝ ਸਮਝ ਨਹੀਂ ਆਇਆ ਜੋ ਨੇ ਮੈਨੂੰ ਗੱਲ ਆਖੀ ਹੈ। ਕਹਿਓ ਤਬੈ ਮੈਂ ਨਹੀਂ ਪਛਾਨੋ। ਉਦੋਂ ਜੋ ਨੇ ਕੁਝ ਕਿਹਾ, ਜੋ ਮੇਰੇ ਨਾਲ ਬਚਨ ਹੋਏ, ਮੈਂ ਸਮਝਿਆ ਨਹੀਂ, ਪਛਾਣੇ ਨਹੀਂ ਹਨ। ਉਹ ਤੂੰ ਕੈਸੇ ਕਰਤ ਬਖਾਨੋ। ਔਰ ਨਾ ਹੀ ਮੈਂ ਪੁੱਛਿਆ ਵੀ ਭਾਈ ਤੂੰ ਕੌਣ ਹੈ, ਮੈਨੂੰ ਇੱਥੇ ਕਿਉਂ ਲੈ ਕੇ ਆਂਦਾ ਹੈ, ਔਰ ਨਾ ਹੀ ਮੈਂ ਪਹਿਚਾਣ ਕੀਤੀ ਹੈ। ਸੁਨ ਕਰ ਕਹਿਓ ਸੰਦੇਸਾ ਰੂਰਾ। ਸੁਣ ਕੇ ਮੈਂ ਉਹਨਾਂ ਦਾ ਇਹ ਸੁੰਦਰ ਸੰਦੇਸ਼। ਦਸਵੇਂ ਪਾਤਸ਼ਾਹ ਗੁਰਪੂਰਾ। ਔਰ ਜੋ ਕਿਹਾ, ਕਹਿਣ ਲੱਗੇ 10ਵੇਂ ਪਾਤਸ਼ਾਹ ਸਤਿਗੁਰੂ ਜੀ ਪੂਰੇ ਗੁਰੂ ਹਨ। ਤਿੰਨ ਟਿਕ ਪਹੁੰਚੋ ਕਰੋ ਬਤਾਵਨ। ਫਿਰ ਆਖਿਆ ਕਿ ਉਹਨਾਂ ਦੇ ਕੋਲ ਜਾ ਕਰਕੇ ਮੈਂ ਦੱਸਾਂਗਾ। 9 ਕਰੋੜ ਹਰ ਲੱਖ 55। 9 ਕਰੋੜ 95 ਲੱਖ ਰੁਪਈਆ ਜਿਹੜਾ ਸਤਲੁਜ ਦਰਿਆ ਦੇ ਸੁਪੁਰਦ ਕੀਤਾ ਮਹਾਰਾਜਿਆਂ ਨੇ। ਦਰਬ ਤੁਮਾਰੋ ਅਬ ਕੋ ਧਰਿਓ। ਕਿ ਗੁਰੂ ਸਾਹਿਬ ਜੀ ਨੇ ਜੋ ਇਹ ਖਜ਼ਾਨਾ ਸਤਲੁਜ ਦਰਿਆ ਦੇ ਸੁਪੁਰਦ ਕੀਤਾ ਹੈ, ਮੋਹਿ ਭਾਰ ਜਾ ਕੇ ਟਿਕ ਭਰਿਓ। ਉਹ ਸਾਡੀ ਇਸਤਰੀ ਦੇ ਪਾਸ ਪਿਆ ਹੈ। 10 ਕਰੋੜ ਪਰ 70 ਲੱਖ। 10 ਕਰੋੜ 70 ਲੱਖ ਰੁਪਈਆ। ਦੂਤੀ ਭਾਰ ਜਾ ਕੇ ਟਿਕ ਰੱਖ। ਔਰ ਉਹ ਦੂਸਰੀ ਔਰਤ ਦੇ ਕੋਲ ਰੱਖਿਆ ਹੋਇਆ ਹੈ। ਪ੍ਰਥਮ ਦੇਹ ਕੋ ਧਰਿਓ ਤੁਮਾਰੋ। ਪਹਿਲਾ ਜਿਹੜਾ ਸਰੀਰ, ਜਿਹੜਾ ਪਹਿਲਾ ਖਜ਼ਾਨਾ ਗੁਰੂ ਸਾਹਿਬ ਜੀ ਨੇ ਰੱਖਿਆ ਹੈ, ਕਿਉ ਕਰ ਤਿਸ ਕੀ ਬਾਤ ਉਚਾਰੋ। ਉਹਦੇ ਬਾਰੇ ਆਪ ਜੀ ਦੱਸਣਾ ਕਰੋ। 19 ਕਰੋੜ ਭਇਓ ਸਭ। ਸਾਰਾ ਜਿਹੜਾ ਰੁਪਈਆ ਹੈ 9 ਅਤੇ 10 ਸਵਾ 19 ਕਰੋੜ ਰੁਪਈਆ ਬਣਿਆ ਹੈ। ਵਾਦੇ ਸਹਿਤ ਲੀਜੀਐ ਸੋ ਅਬ। ਵਾਧੇ ਸਮੇਤ ਤੁਹਾਡਾ ਧਨ ਜਿਹੜਾ ਹੈ ਸਾਂਭ ਕੇ ਰੱਖਿਆ ਹੋਇਆ ਹੈ। ਜਦੋਂ ਆਪ ਜੀ ਚਾਹੋ ਇਹ ਤੁਹਾਡੀ ਅਮਾਨਤ ਹੈ। ਕੈ ਸਭ ਧਨ ਕੋ ਲੀਜੈ ਦੇਸ਼ ਦੇਸ਼। ਕੀ ਇਹ ਸਾਰਾ ਧਨ ਜਿਹੜਾ ਹੈ
ਇਹ ਆਪ ਜੀ ਲਓਗੇ। ਚਾਹੋ ਤੁਸੀਂ ਜਹ ਲਿਓ ਅਸ਼ੇਸ਼। ਜਦੋਂ ਆਪ ਜੀ ਚਾਹੋ, ਇਹ ਤੁਹਾਡੀ ਅਮਾਨਤ ਹੈ। ਦੀਨਦਾਰ ਮੈਂ ਰਾਵਰ ਇਹੋ। ਸਤਿਗੁਰੂ ਜੀ, ਮੈਂ ਆਪ ਜੀ ਦਾ ਦੇਣਦਾਰ ਹਾਂ, ਕਿਉਂਕਿ ਤੁਹਾਡੀ ਇਮਾਨਤ ਸਾਂਭ ਕੇ ਰੱਖੀ ਹੈ। ਜਹ ਜਬ ਚਾਹੋ ਤਹ ਤਬ ਲੇਹੋ। ਜਿੱਥੇ ਆਪ ਜੀ ਚਾਹੋ, ਉੱਥੇ ਤੁਸੀਂ ਇਹ ਧਨ ਲੈ ਸਕਦੇ ਹੋ। ਹਸ ਕਰ ਸ੍ਰੀ ਪ੍ਰਭ ਗਿਰਾ ਅਲਾਈ। ਹੱਸ ਕੇ ਸਤਿਗੁਰੂ ਜੀ ਕਹਿਣ ਲੱਗੇ ਉਸ ਫਕੀਰ ਨੂੰ, ਭਲਾ ਫਕੀਰ ਭਲਾ ਸੁਨ ਸਾਈ। ਮਹਾਰਾਜ ਜੀ ਕਹਿੰਦੇ, ਫਕੀਰ ਜੀ ਤੁਸੀਂ ਭਲੇ ਹੋ, ਸਾਈਂ ਜੀ ਆਪ ਜੀ ਭਲੇ ਹੋ। ਜਾਨ ਲੀਨ ਹਮ ਸਰਬ ਸੰਦੇਸਾ। ਤੁਸੀਂ ਸਾਡਾ ਸਾਰਾ ਸੰਦੇਸ਼ ਜਿਹੜਾ ਹੈ ਉਹ ਜਾਣ ਲਿਆ ਹੈ। ਸਮਝਿਓ ਪਾਛਲ ਪ੍ਰਥਮ ਅਸ਼ੇਸ਼ਾ। ਔਰ ਜੋ ਪਿੱਛੇ ਬੀਤਿਆ ਹੈ, ਤੁਸੀਂ ਸਾਰਾ ਕੁਝ ਪਹਿਲਾਂ ਜਾਣ ਲਿਆ ਹੈ। ਸੁਨ ਫਕੀਰ ਹੋਏ ਦੀਨ ਬਖਾਨੈ। ਫਕੀਰ ਜੀ ਦੀਨ ਹੋ ਕੇ ਮਹਾਰਾਜਿਆਂ ਨੂੰ ਬੇਨਤੀ ਕਰਦੇ ਹਨ, ਜਾਹਰ ਕਰੋ ਜਥਾ ਹਮ ਜਾਣੈ। ਸਤਿਗੁਰੂ ਜੀ ਕਿਰਪਾ ਕਰਕੇ ਪ੍ਰਗਟ ਵੀ ਕਰ ਦਿਓ ਜੋ ਅਸੀਂ ਦੇਖਿਆ ਹੈ। ਤਹਾਨ ਭੇਦ ਪਛਾਨਿਓ ਕੋਈ। ਮਹਾਰਾਜ, ਉੱਥੇ ਤਾਂ ਮੈਂ ਇਹ ਭੇਦ ਹੀ ਨਹੀਂ ਕੋਈ ਜਾਣ ਸਕਿਆ ਕਿ ਉਹ ਸੁਪਨਾ ਸੀ ਜਾਂ ਸੱਚ ਸੀ। ਜਦੋਂ ਮੈਨੂੰ ਸਾਰਾ ਕੁਝ ਉਹਨਾਂ ਨੇ ਦੱਸਿਆ, ਉੱਥੇ ਮੈਨੂੰ ਕੋਈ ਸਮਝ ਨਹੀਂ ਆਈ, ਮੈਂ ਆਪ ਜੀ ਦਾ ਭੇਦ ਜਾਣ ਨਹੀਂ ਸਕਿਆ। ਇਹਾਂ ਆਪ ਭਾਖੀ ਰਖ ਗੋਈ। ਇਸ ਕਰਕੇ ਮਹਾਰਾਜ, ਇੱਥੇ ਆਪ ਜੀ ਕਿਰਪਾ ਕਰਕੇ, ਇੱਥੇ ਵੀ ਤੁਸੀਂ ਗੁਪਤੀ ਗੱਲ ਰੱਖੀ ਹੋਈ, ਇਸ ਕਰਕੇ ਮੈਨੂੰ ਇਹ ਜਿਹੜਾ ਭੇਦ ਹੈ ਆਪ ਜੀ ਦੱਸਣਾ ਕਰੋ। ਤਹਾਂ ਖਾਬ ਸਮ ਕਛੂ ਨ ਜਾਣਾ। ਉੱਥੇ ਤਾਂ ਇੱਕ ਸੁਪਨੇ ਦੇ ਸਮਾਨ ਸੀ ਸਾਰੀ ਗੱਲ, ਔਰ ਮੈਂ ਸੁਪਨਾ ਸਮਝਦਾ ਰਿਹਾ, ਮੈਨੂੰ ਕੋਈ ਸਮਝ ਨਹੀਂ ਆਈ। ਕੁਛ ਮੇਰੋ ਬਸ ਚਲਿਓ ਨ ਸਿਆਣਾ। ਔਰ ਸਤਿਗੁਰੂ ਜੀ, ਮੈਂ ਤਾਂ ਅਲਪੱਗ ਜੀਵਾ ਸੰਸਾਰੀ ਹਾਂ, ਮੇਰੀ ਸਿਆਣਪ ਉੱਥੇ ਕਿੱਥੇ ਚੱਲ ਸਕਦੀ? ਐਸਾ ਗੁੰਝਾ ਭੇਦ ਮਹਾਰਾਜ, ਤੁਹਾਡੀ ਹਰ ਇੱਕ ਰਮਜ ਨੂੰ ਮੈਂ ਕਿਵੇਂ ਜਾਣ ਸਕਦਾ ਹਾਂ? ਤੁਮ ਅਬ ਕਰੁਣਾ ਕਰ ਸਮਝਾਵੋ। ਕਰੁਣਾ ਕਰਕੇ ਸਤਿਗੁਰੂ ਜੀ ਆਪ ਜੀ ਹੁਣ ਸਮਝਾਉਣਾ ਕਰੋ। ਕਹਾਂ ਬਾਤ ਇਹ ਸਕਲ ਬਤਾਵੋ। ਇਹ ਕੀ ਕੌਤਕ ਹੈ ਜੋ ਆਪ ਜੀ ਦੀ ਖੇਡ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਬਿਨੈ ਸੁਨਤ ਸਤਿਗੁਰੂ ਉਚਾਰੀ। ਬੇਨਤੀ ਸੁਣ ਕੇ ਫਕੀਰ ਦੀ ਸਤਿਗੁਰੂ ਜੀ ਬਚਨ ਕਰਦੇ ਹਨ। ਪੁਰਖ ਉਦਦ ਸਤਤਰ ਵਸੋ ਨਾਰੀ। ਜਿਹੜਾ ਪੁਰਖ ਹੈ ਉਹ ਸਮੁੰਦਰ ਸੀ, ਔਰ ਜੋ ਔਰਤ ਸੀ ਕਹਿਣ ਲੱਗੇ ਉਹ ਸਤਲੁਜ ਸੀ। ਦੂਜੀ ਗੋਦਾਵਰੀ ਸੋਦਾਰਾ। ਦੂਜੀ ਜਿਹੜੀ ਔਰਤ ਸੀ ਉਹ ਗੋਦਾਵਰੀ ਹੈ। ਕੁਝ ਖਜ਼ਾਨਾ ਮਹਾਰਾਜਿਆਂ ਨੇ ਸਤਲੁਜ ਵਿਖੇ ਰੱਖਿਆ ਹੈ, ਕੁਝ ਖਜ਼ਾਨਾ ਮਹਾਰਾਜਿਆਂ ਨੇ ਗੋਦਾਵਰੀ ਵਿਖੇ ਰੱਖਿਆ ਹੈ। ਇਸ ਕਰਕੇ ਫਕੀਰ ਜੀ, ਜਿਹੜਾ ਪੁਰਖ ਸੀ ਤੁਹਾਨੂੰ ਲੈ ਕੇ ਗਿਆ ਉਹ ਸਮੁੰਦਰ ਸੀ, ਔਰ ਉਹਦੀਆਂ ਦੋ ਇਸਤਰੀਆਂ ਸਤਲੁਜ ਔਰ ਗੋਦਾਵਰੀ। ਤਿਨੋ ਸੁਨੇਹਾ ਤੋਹੇ ਉਚਾਰਾ। ਉਹਨਾਂ ਦਾ ਸੁਨੇਹਾ ਸੀ ਇਹ, ਜਿਹੜਾ ਤੁਹਾਨੂੰ ਉਚਾਰਨ ਕਰਕੇ ਉਹਨਾਂ ਨੇ ਦੱਸਿਆ ਹੈ। ਸੋ ਲੇਖਾ ਹਮ ਸਮਝੈ ਸਾਰਾ। ਔਰ ਇਹ ਜਿਹੜਾ ਲੇਖਾ ਹੈ ਅਸੀਂ ਜਾਣ ਲਿਆ ਹੈ। ਦਰਬ 71 ਜੋ ਧਰਿਓ ਉਦਾਰਾ। ਔਰ ਜਿੰਨਾ ਪੈਸਾ ਇਕੱਠਾ ਕਰਕੇ ਜੋ ਧਰਿਆ ਹੈ ਸਤਲੁਜ ਦੇ ਸਪੁਰਦ ਕੀਤਾ ਹੈ। ਸਿੱਖ ਪੁੱਤਰਾਂ ਕੋ ਲੈ ਹਮ ਦਹਿ। ਸਾਡੇ ਸਿੱਖਾਂ ਤੇ ਪੁੱਤਰਾਂ ਨੂੰ ਅਸੀਂ ਲੈ ਕਰਕੇ ਦਿਆਂਗੇ। ਜੋ ਵਹਿ ਪੰਥ ਜਗ ਮਹਿ ਬਿਰਧੈ ਹੈ। ਜਦੋਂ ਖਾਲਸਾ ਪੰਥ ਜਗਤ ਦੇ ਵਿੱਚ ਪ੍ਰਗਟ ਹੋਏਗਾ, ਵਧੇਗਾ, ਰਾਜ ਕਰਨ ਕੀ ਲਾਇਕ ਹੋਵੈ। ਜਦੋਂ ਸਾਡਾ ਖਾਲਸਾ ਰਾਜ ਕਰਨ ਦੇ ਲਾਇਕ ਹੋਏਗਾ, ਅਵਨੀ ਤੇ ਦੁਸ਼ਟਨ ਕੇ ਖੋਵੈ। ਧਰਤੀ ਤੋਂ ਦੁਸ਼ਟਾਂ ਦਾ ਸੰਘਾਰ ਕਰੇਗਾ, ਦੁਸ਼ਟਾਂ ਦਾ ਖਾਤਮਾ ਕਰੇਗਾ। ਤਿਨ ਮੈਂ ਏਕ ਸਿੱਖ ਹੋਇ ਭਾਰ।
ਉਹਨਾਂ ਦੇ ਵਿੱਚੋਂ ਇੱਕ ਸਿੱਖ ਹੋਏਗਾ ਜਿਹੜਾ ਭਾਰਾ ਬਲੀ ਹੋਏਗਾ, ਤਿਸ ਹੱਥੀ ਲੇਖਾ ਹੋਏ ਸਾਰਾ। ਔਰ ਉਹਨਾਂ ਦੇ ਹੱਥੀਂ ਇਹ ਜਿਹੜਾ ਸਾਰਾ ਹਿਸਾਬ ਕਿਤਾਬ ਲੇਖਾ ਜੋਖਾ ਹੋਏਗਾ। ਸੋ ਲੇਵੈ ਨਿਜ ਮਾਤਾ ਸਹਿਤ, ਉਹ ਜਿਹੜਾ ਸਾਰਾ ਖਜ਼ਾਨਾ ਆਪਣੀ ਮਾਤਾ ਸਹਿਤ ਆ ਕਰਕੇ ਲਵੇਗਾ। ਸਮਝੈ ਕੇ ਲੇਖਾ ਹੈ ਮਹਿਤ, ਔਰ ਇਹ ਜਿਹੜਾ ਹਿਸਾਬ ਕਿਤਾਬ ਹੈ ਫਿਰ ਸਾਡਾ ਖਾਲਸਾ ਪੰਥ ਆ ਕਰਕੇ ਲਵੇਗਾ। ਇਸੀ ਹੀਤ ਦੁਇ ਬਾਰ ਉਚਾਰ, ਇਸੇ ਕਰਕੇ 2 ਵਾਰ ਤੁਹਾਡੇ ਨਾਲ ਬਚਨ ਹੋਏ ਹਨ। ਭਲਾ ਭਲਾ ਜੀ ਜਾਣਿਓ ਸਾਰਾ, ਭਲਾ ਜੀ ਹੈ ਫਕੀਰ ਸਾਈਂ ਜੀ, ਇਹ ਜਿਹੜਾ ਭੇਦ ਹੈ ਤੁਸੀਂ ਸਾਰਾ ਜਾਣ ਲਿਆ ਹੈ। ਹੈਗਾ ਸੱਚ ਫਕੀਰ ਸਾਈ, ਫਕੀਰ ਸਾਈਂ ਜੀ ਇਹ ਸੱਚ ਹੈ ਔਰ ਸੱਚ ਵਰਤ ਕੇ ਰਹਿਣਾ ਹੈ। ਸਭ ਹਮ ਸਮਝਿਓ ਜਥਾ ਬਤਾਈ, ਜੋ ਅਸੀਂ ਦੱਸਿਆ ਹੈ ਉਹ ਆਪ ਜੀ ਸਮਝ ਲੈਣਾ ਕਰੋ। ਸੁਨਤ ਫਕੀਰ ਝੁਕਿਓ ਕਰ ਨਮੋ, ਸੁਣ ਕਰਕੇ ਫਕੀਰ ਨੇ ਮਹਾਰਾਜਿਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪੂਜਨ ਹੇਤ ਕਹਿਓ ਤੇ ਸਮੋ, ਔਰ ਮਹਾਰਾਜਿਆਂ ਨੂੰ ਪੁੱਛਦਾ ਹੈ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ। ਮੋਹ ਕੋ ਲਾਭ ਕਹਾਂ ਕਛ ਹੋਵਾ, ਸਤਿਗੁਰੂ ਜੀ ਮੈਨੂੰ ਕੀ ਲਾਭ ਹੋਇਆ ਆਪ ਜੀ ਦੇ ਦਰਸ਼ਨਾਂ ਦਾ, ਕਿਉਂਕਿ ਜਿਹੜਾ ਤੁਹਾਡੇ ਦਰਸ਼ਨ ਕਰਦਾ ਹੈ, ਤੁਹਾਡੇ ਦਰਸ਼ਨ ਹੋ ਕਰਕੇ ਤਨ ਮਨ ਨਿਹਾਲ ਹੋ ਜਾਂਦਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਇਹਦਾ ਮੈਨੂੰ ਕੀ ਫਲ ਮਿਲਿਆ ਹੈ। ਦਰਸ਼ਨ ਰਾਵਰ ਕੋ ਬਰ ਜੋਗ, ਸਤਿਗੁਰੂ ਜੀ ਤੁਹਾਡਾ ਦਰਸ਼ਨ ਤਾਂ ਬਰਜੋਗ ਹੈ। ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ ਉਹਨਾਂ ਨੂੰ ਆਪ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਸ੍ਰੀ ਕਲਗੀਧਰ ਤਬ ਮੁਸਕਾਏ, ਹੱਸਦਿਆਂ ਹੋਇਆ ਸਤਿਗੁਰੂ ਜੀ ਕਹਿੰਦੇ ਹਨ, ਪੰਥ ਵਿਖੇ ਤੁਮ ਉਪਜੋ ਆਏ। ਜੇ ਤੁਸੀਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਫਕੀਰ ਸਾਈਂ ਜੀ, ਫਿਰ ਤੁਸੀਂ ਵੀ ਖਾਲਸਾ ਪੰਥ ਵਿੱਚ ਆ ਕਰਕੇ ਪ੍ਰਗਟ ਹੋਵੋ, ਦੁਬਾਰਾ ਫਿਰ ਜਨਮ ਲੈਣਾ ਕਰਿਓ। ਤੁਮ ਵੀ ਤਪ ਕੋ ਫਲ ਹੋਏ ਚੇਤਾ, ਜਿੰਨਾ ਤੁਸੀਂ ਤਪ ਕੀਤਾ ਹੈ ਤੁਹਾਨੂੰ ਵੀ ਤਪ ਦਾ ਫਲ ਮਿਲੇਗਾ ਖਾਲਸਾ ਪੰਥ ਵਿੱਚ ਆ ਕਰਕੇ। ਭੋਗ ਭੋਗ ਹਰਖ ਕਰ ਤੇਤਾ, ਔਰ ਬੜੀ ਖੁਸ਼ੀ ਨਾਲ ਇਹ ਜਿਹੜਾ ਰਾਜ ਸੁਖ ਹੈ ਫਿਰ ਤੁਸੀਂ ਭੋਗਣਾ ਕਰਨਾ। ਕਰੋ ਰਾਜ ਕੋ ਲੈ ਕਰ ਧਰਨੀ, ਔਰ ਫਿਰ ਤੁਸੀਂ ਧਰਤੀ ਲੈ ਕੇ ਜਿੰਨਾ ਚਾਹੋ ਉਨਾ ਰਾਜ ਕਰਿਓ। ਜਿਸ ਪ੍ਰਕਾਰ ਕੀ ਕੀਨਸ ਕਰਨੀ, ਇਸ ਪ੍ਰਕਾਰ ਦੀ ਇਹ ਕਰਨੀ ਦਾ ਜਿਹੜਾ ਫਲ ਹੈ ਫਿਰ ਤੁਹਾਨੂੰ ਮਿਲੇਗਾ। ਜੇ ਤੁਸੀਂ ਫਲ ਲੈਣਾ ਚਾਹੁੰਦੇ ਹੋ ਫਿਰ ਤੁਹਾਨੂੰ ਦੁਬਾਰਾ ਜਨਮ ਲੈਣਾ ਪੈਣਾ ਖਾਲਸਾ ਪੰਥ ਦੇ ਵਿੱਚ। ਜਿਵੇਂ ਤੁਹਾਡੀ ਇੱਛਾ ਹੋਵੇ, ਜਿੰਨੀ ਧਰਤੀ ਤੇ ਚਾਹੋ ਤੁਸੀਂ ਰਾਜ ਕਰ ਸਕਦੇ ਹੋ। ਕਿਰਪਾ ਦ੍ਰਿਸ਼ਟ ਕੋ ਜਾਨ ਫਕੀਰ, ਕਿਰਪਾ ਭਰੀ ਦ੍ਰਿਸ਼ਟੀ ਮਹਾਰਾਜ ਜੀਆਂ ਦੀ। ਕਿਰਪਾਲੂ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਔਰ ਫਕੀਰ ਸਾਈਂ ਨੇ ਜਾਣਿਆ ਹੈ। ਉਨ ਬੋਲਿਓ ਜੁਦ ਬਿਨੈ ਗਹੀਰ, ਔਰ ਹੱਥ ਜੋੜ ਕੇ ਫਕੀਰ ਬੇਨਤੀ ਕਰਦਾ ਮਹਾਰਾਜ ਜੀਆਂ ਨੂੰ, ਭੋਜਰ ਤੇ ਪ੍ਰਭ ਹਮੈ ਬਚਾਵੋ। ਸਤਿਗੁਰੂ ਜੀ ਕਿਰਪਾ ਕਰਕੇ ਭਵਜਲ ਤੋਂ ਮੈਨੂੰ ਬਚਾ ਲਓ। ਮਹਾਰਾਜ ਤੁਹਾਡੀ ਸ਼ਰਨ ਵਿੱਚ ਮੈਂ ਤਾਂ ਆਇਆ ਕਿ ਦੁਬਾਰਾ ਜਨਮ ਹੀ ਨਾ ਲੈਣਾ ਪਵੇ। ਤੁਹਾਡਾ ਜਨਮ ਦਰਸ਼ਨ ਜਨਮ ਮਰਨ ਕੱਟ ਦਿੰਦਾ ਸਤਿਗੁਰੂ ਜੀ, ਇਸ ਕਰਕੇ ਮੈਂ ਕੀ ਕਰਨਾ ਰਾਜ। ਜਨਮ ਲੈ ਕਰਕੇ ਮਹਾਰਾਜ ਪ੍ਰਿਥਵੀ ਦਾ ਰਾਜ ਕੀ ਕਰਨਾ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰੂ ਜੀ ਕਿਰਪਾ ਕਰੋ, ਭਵਜਲ ਦਾ ਫੇਰਾ ਜਿਹੜਾ ਕੱਟ ਦਿਓ। ਹਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਦੁਬਾਰਾ ਭਵਜਲ ਦੇ ਵਿੱਚ ਫੇਰਾ ਨਾ ਪਵੇ, ਜਨਮ ਨਾ ਲੈਣਾ ਪਵੇ। ਭੋਗ ਰੋਗ ਮਹਿ ਨਾਹਿਨ ਪਾਵੋ, ਸਤਿਗੁਰੂ ਜੀ ਭੋਗਾ ਰੋਗਾਂ ਵਿੱਚ ਨਾ ਮੈਨੂੰ ਪਾਵੋ।
ਇਸ ਕਰਕੇ ਦੁਬਾਰਾ ਜਨਮ ਲੈਣਾ ਪੈਣਾ, ਫਿਰ ਸੰਸਾਰ ਤੇ ਆਉਣਾ ਪੈਣਾ। ਔਰ ਰਾਜ ਭੋਗਾਂਗਾ, ਕੀ ਪਤਾ ਫਿਰ ਰਾਜ ਤੋਂ ਅੱਗੇ ਫਿਰ ਵਿਧ ਬਣ ਜਾਏ, ਦੁਬਾਰਾ ਫਿਰ ਆਵਾਗਾਉਣ ਦਾ ਚੱਕਰ ਹੈ। ਇਸ ਕਰਕੇ ਮਹਾਰਾਜ ਇਹਨਾਂ ਭੋਗਾਂ ਰੋਗਾਂ ਤੋਂ ਕੱਟ ਦਿਓ, ਇਸ ਚੱਕਰ ਤੋਂ ਮੁਕਤ ਕਰ ਦਿਓ। ਸੱਚ ਹੱਕ ਸੋ ਮੋਹਿ ਮਿਲਾਵੋ। ਸਤਿਗੁਰੂ ਜੀ ਕਿਰਪਾ ਕਰੋ, ਸੱਚ ਨਾਲ ਮੇਰਾ ਮਿਲਾਪ ਕਰਾ ਦਿਓ। ਆਪਣੇ ਚਰਨਾਂ ਵਿੱਚ ਅਭੇਦ ਕਰ ਲਓ, ਸੱਚ ਦੇ ਵਿੱਚ ਮੇਰੀ ਸਮਾਈ ਹੋ ਜਾਏ। ਜਿਸ ਤੇ ਆਵਾਗਮਨ ਮਿਟਾਵੋ। ਆਵਾਗਾਉਣ ਦਾ ਚੱਕਰ ਹੀ ਮਹਾਰਾਜ ਮਿਟਾ ਦਿਓ, ਸੱਚ ਦੇ ਵਿੱਚ ਭੇਦ ਕਰ ਦਿਓ। ਸੁਨ ਸ੍ਰੀ ਮੁਕਤੇ ਮਾਲਕ ਬੋਲੇ। ਸੁਣ ਕੇ ਸਤਿਗੁਰੂ ਜੀ ਕਹਿੰਦੇ ਹਨ, ਸਾਈਂ ਜੀ ਪ੍ਰਭ ਪੂਰਾ ਤੋਲੇ। ਸਾਈਂ ਜੀ ਪਰਮੇਸ਼ਰ ਪੂਰਾ ਤੋਲਦਾ ਹੈ, ਕਿਉਂਕਿ ਉੱਥੇ ਘੱਟ ਵੱਧ ਨਹੀਂ, ਕਿਉਂਕਿ ਜਦੋਂ ਉਹ ਤੋਲਦਾ ਹੈ ਪੂਰਾ ਤੋਲਦਾ ਹੈ। ਦੋਹਰਾ ਭਾਣਾ ਹੈ ਇਸ ਰੀਤ ਕੋ, ਕਿਸ ਬਿਦ ਮਿਟੈ ਨ ਕੋਇ। ਇਹ ਪਰਮੇਸ਼ਰ ਦਾ ਭਾਣਾ ਹੈ, ਉਹਦੀ ਬਣਾਈ ਹੋਈ ਮਰਿਆਦਾ ਹੈ, ਉਹਦਾ ਬਣਾਇਆ ਹੋਇਆ ਨਿਯਮ ਕਾਨੂੰਨ ਕਿਸੇ ਵਿਧੀ ਦੁਆਰਾ ਮਿਟਦਾ ਨਹੀਂ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਇ। ਜੋ ਕੋਈ ਪੈਦਾ ਹੋਇਆ ਪਰਮੇਸ਼ਰ ਦੇ ਹੁਕਮ ਵਿੱਚ ਪੈਦਾ ਹੋਇਆ ਹੈ, ਸਭ ਕੋਈ ਉਹਦੇ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਤਲ ਤ੍ਰੀਮਤ ਉਪਰ ਮਰਦ, ਦੋਨੋਂ ਕੇ ਦਰ ਜੋਏ। ਜਿੰਨੇ ਵੀ ਪਰਮੇਸ਼ਰ ਨੇ ਪੈਦਾ ਕੀਤੇ ਹਨ, ਇਸਤਰੀ ਮਰਦ, ਜੋ ਪਰਮੇਸ਼ਰ ਨੇ ਬਣਾਏ ਹਨ। ਐਸਰ ਦੀਦਮ ਚਸ਼ਮ ਸਭ, ਸਾਬਤ ਰਹਿ ਨ ਕੋਇ। ਪਰਮੇਸ਼ਰ ਦੇ ਦੀਦਾਰ ਕਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਦੀਦਾਰ ਕੀਤੇ, ਪਰਮੇਸ਼ਰ ਦੇ ਦੀਦਾਰਾਂ ਦੇ ਵਿੱਚ ਸਦੀਵ ਕਾਲ ਲਈ ਉਹ ਅਭੇਦ ਹੋ ਗਏ, ਆਵਾਗਾਉਣ ਦੇ ਚੱਕਰ ਤੋਂ ਮੁਕਤ ਹੋ ਗਏ। ਔਰ ਜਿਹੜੇ ਪਰਮੇਸ਼ਰ ਦੇ ਦੀਦਾਰਾਂ ਤੋਂ ਵਾਂਝੇ ਰਹੇ, ਉਹਨਾਂ ਨੂੰ ਫਿਰ ਸੰਸਾਰ ਤੇ ਆਉਣਾ ਪਿਆ। ਸਾਬਤ ਉਹ ਰਹੇ ਜਿਹੜੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ, ਔਰ ਜਿਹੜੇ ਪਰਮੇਸ਼ਰ ਦੀ ਜੋਤ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ ਫੇਰ ਸੰਸਾਰ ਤੇ ਆਉਣਾ ਪੈਂਦਾ ਹੈ। ਸੁਣ ਕਲਗੀਧਰ ਕੇ ਬਚਨ, ਖੁਸ਼ੀ ਭਇਓ ਮਨ ਮਾਹੇ। ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਮਨ ਵਿੱਚ ਖੁਸ਼ੀ ਆਈ, ਫਕੀਰ ਸਾਈਂ ਨਿਹਾਲ ਹੋਇਆ ਹੈ। ਜਿਤ ਇੱਛਾ ਤਿਤ ਕੋ ਗਇਓ, ਗੁਰ ਦਰਸ਼ਨ ਕੋ ਚਾਹੇ। ਸਤਿਗੁਰਾਂ ਦੇ ਦਰਸ਼ਨ ਕਰਕੇ ਜਿਵੇਂ ਇੱਛਾ ਸੀ ਫਕੀਰ ਦੀ, ਉਸੇ ਪਾਸੇ ਨੂੰ ਆਪਣੀ ਰਜਾ ਆਪਣੀ ਮੌਜ ਵਿੱਚ ਉਧਰ ਨੂੰ ਚਲਿਆ ਗਿਆ। ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹ ਸੀ, ਮਹਾਰਾਜਿਆਂ ਦੇ ਦਰਸ਼ਨ, ਸੁੰਦਰ ਸਵਰੂਪ ਆਪਣੇ ਹਿਰਦੇ ਅੰਦਰ ਵਸਾਇਆ ਹੈ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਵਿਨਾਸ਼ ਹੇ ਪੂਰਨ ਹੈ ਸਰਬ ਮੈਂ ਅੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਗੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਪੀ ਹੋਵਨਹਾਰ ਹੇ ਸੰਤਾਂ ਕੈ ਸਦਾ ਸੰਗ ਤਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ ਆਏ ਪ੍ਰਭ ਸ਼ਰਨਾਗਤੀ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਸਭ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ ਸਗਲ ਦੁਆਰ ਕਉ ਛਾੜ ਕੈ ਤੁਹਾਰੋ ਦੁਆਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ